ਸਭ ਦਾ ਸਵਾਗਤ ਹੈ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਪਹਿਲਾ ਵਿਸ਼ਵ ਯੁੱਧ ਦਾ ਪਾਰਟ ਨੰਬਰ 2। ਜਿਨ੍ਹਾਂ ਵਿਦਿਆਰਥੀਆਂ ਨੇ ਪਾਰਟ 1 ਨਹੀਂ ਦੇਖਿਆ ਤਾਂ ਪਲੀਜ਼ ਵੀਡੀਓ ਨੂੰ ਇੱਥੇ ਹੀ ਪੌਜ਼ ਕਰ ਦੇਣ। ਪਾਰਟ 1 ਹੈ ਕਈ ਦਿਨ ਪਹਿਲਾਂ ਦਾ ਬਣ ਚੁੱਕਿਆ ਸੀ, ਕੁਝ ਕਾਰਨਾਂ ਕਰਕੇ ਪਾਰਟ 2 ਜਿਹੜਾ ਨਹੀਂ ਤਿਆਰ ਹੋਇਆ, ਉਸ ਦੇ ਲਈ ਸੌਰੀ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਅੱਜ ਆਪਾਂ ਕਰਾਂਗੇ ਪ੍ਰਥਮ ਵਿਸ਼ਵ ਯੁੱਧ ਦੇ ਮੇਨ ਜਿਹੜੇ ਕਾਰਨ ਕੀ ਸੀਗੇ ਜਿਹਦੇ ਕਰਕੇ ਇਹ ਜਿਹੜਾ ਯੁੱਧ ਆ ਸਟਾਰਟ ਹੋਇਆ। ਪਹਿਲਾ ਕਾਰਨ ਸੀ ਯੂਰਪੀਅਨ ਸ਼ਕਤੀਆਂ ਦਾ ਸੰਤੁਲਨ ਵਿਗੜਨਾ। ਜਿਹੜੀਆਂ ਵੱਖ-ਵੱਖ ਯੂਰਪੀ ਸ਼ਕਤੀਆਂ ਸੀ, ਵੱਖ-ਵੱਖ ਯੂਰਪੀਅਨ ਦੇਸ਼ ਸੀ, ਉਹਨਾਂ ਦਾ ਜਿਹੜਾ ਸੰਤੁਲਨ ਸੀ ਉਹ ਡਾਵਾਂਡੋਲ ਹੋ ਗਿਆ ਸੀ। ਕਿਸ ਕਰਕੇ ਹੋਇਆ ਸੀ? ਹਾਂਜੀ, ਉਹ ਆਪਾਂ ਗੱਲ ਕਰਦੇ ਹਾਂ। ਜੋ ਬਿਸਮਾਰਕ ਸੀ ਉਸਨੇ ਕੀ ਕੀਤਾ, ਜਰਮਨੀ ਦਾ ਏਕੀਕਰਨ ਕਰਤਾ। ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਜਿਹੜਾ ਜਰਮਨੀ ਉਸਨੇ ਵੱਖ-ਵੱਖ ਦੇਸ਼ਾਂ ਨੂੰ ਸਮੇਂ-ਸਮੇਂ 'ਤੇ ਘੋਸ਼ਣਾ ਕੀਤੀ, ਕਿਸ ਦੀ? ਯੁੱਧ ਦੀ ਘੋਸ਼ਣਾ ਕੀਤੀ ਸੀ। ਤਾਂ ਹੌਲੀ-ਹੌਲੀ ਜਿਹੜੀ ਉਹਦੀ ਸ਼ਕਤੀ ਆ ਬਹੁਤ ਜ਼ਿਆਦਾ ਜਿਹੜੀ ਵੱਧ ਚੁੱਕੀ ਸੀ ਜਰਮਨੀ, ਤਾਂ ਉਸਦਾ ਜਿਹੜਾ ਏਕੀਕਰਨ ਕੀਤਾ ਗਿਆ ਸੀ ਉਹ ਕਰਿਆ ਗਿਆ ਸੀ 1871 ਦੇ ਵਿੱਚ। ਕਿਸ ਨੇ ਕੀਤਾ ਸੀ? ਬਿਸਮਾਰਕ ਨੇ। ਇਸ ਤੋਂ ਪਹਿਲਾਂ ਜਿਹੜੀ ਜਰਮਨੀ ਇੱਕ ਅਜਿਹਾ ਦੇਸ਼ ਸੀ ਜਿਹੜਾ ਵਿਦੇਸ਼ੀ ਰਾਜਨੀਤੀ ਤੋਂ ਬਹੁਤ ਦੂਰ ਸੀ। ਜਦੋਂ ਇਸ ਦਾ ਏਕੀਕਰਨ ਹੋ ਗਿਆ ਤਾਂ ਜਿਹੜੇ ਜਰਮਨੀ ਕੰਟਰੀ ਆ, ਤਾਂ ਇਸ ਦਾ ਜਿਹੜੀ ਇਹਦਾ ਇੰਟਰਸਟ ਆ ਉਹ ਕਾਹਦੇ ਵਿੱਚ ਵਧਣਾ ਸ਼ੁਰੂ ਹੋ ਗਿਆ? ਵਿਦੇਸ਼ੀ ਰਾਜਨੀਤੀ ਦੇ ਵਿੱਚ, ਵਿਦੇਸ਼ ਨੀਤੀਆਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ, ਜਿਸ ਦਾ ਜੋ ਕਿ ਇੱਕ ਬਹੁਤ ਵੱਡਾ ਖਤਰਾ ਬਣ ਗਿਆ। ਅਤੇ ਇਹਦੀ ਜਿਹੜੀ ਸ਼ਕਤੀ ਸੀਗੀ ਇਹ ਦਿਨੋਂ ਦਿਨ ਵੱਧਦੀ ਜਾਂਦੀ ਸੀ। ਇਸ ਦੇ ਜਿਹੜੇ ਗੁਆਂਢੀ ਦੇਸ਼ ਸੀ ਜਿਵੇਂ ਕਿ ਇੰਗਲੈਂਡ, ਫਰਾਂਸ, ਪੁਰਤਗਾਲ, ਤਾਂ ਇਹਨਾਂ ਨੂੰ ਇਸ ਤੋਂ ਖਤਰਾ ਪੈਦਾ ਹੋਣ ਲੱਗ ਗਿਆ, ਜਿਸ ਦੇ ਕਾਰਨ ਜਿਹੜੀਆਂ ਯੂਰਪੀਅਨ ਸ਼ਕਤੀਆਂ ਸੀ ਉਹਨਾਂ ਦਾ ਸੰਤੁਲਨ ਆ ਜਿਹੜਾ ਉਹ ਵਿਗੜਨਾ ਸ਼ੁਰੂ ਹੋ ਗਿਆ, ਜੋ ਕਿ ਇਸ ਦਾ ਇੱਕ ਕਾਰਨ ਸੀਗਾ ਪਹਿਲੇ ਵਿਸ਼ਵ ਯੁੱਧ ਦਾ। ਨੈਕਸਟ ਹੈ ਗੁਪਤ ਸੰਧੀਆਂ ਅਤੇ ਗੁੱਟਾਂ ਦਾ ਨਿਰਮਾਣ। ਹੁਣ ਜਦੋਂ ਇਸ ਦੀ ਸ਼ਕਤੀ ਵਧਣੀ ਸ਼ੁਰੂ ਹੋ ਗਈ ਜਰਮਨੀ, ਤਾਂ ਜਰਮਨੀ ਨੇ ਕੀ ਕੀਤਾ? ਵੱਖ-ਵੱਖ ਦੇਸ਼ਾਂ ਦੇ ਨਾਲ ਸੰਧੀਆਂ ਸਟਾਰਟ ਕਰ ਦਿੱਤੀਆਂ। ਸਭ ਤੋਂ ਵੱਡਾ ਜਿਹੜਾ ਦਾ ਦੁਸ਼ਮਣ ਸੀ ਆਪਾਂ ਨੂੰ ਪਤਾ ਹੀ ਹੈ ਕਿ ਫਰਾਂਸ ਸੀ, ਜਿਹੜਾ ਕਿ ਉਸ ਸਮੇਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ। ਤਾਂ ਇਸ ਨੇ ਜਿਹੜੀਆਂ ਸੰਧੀਆਂ ਸੀ ਉਹ ਸਟਾਰਟ ਕੀਤੀਆਂ। ਤਾਂ ਪਹਿਲੀ ਸੰਧੀ ਸੀ ਜੀ ਆਸਟਰੀਆ ਹੰਗਰੀ ਸੰਧੀ, ਜੋ ਕਿ 1879 ਦੇ ਵਿੱਚ ਹੋਈ। ਰੂਸ ਦੇ ਨਾਲ ਸੰਧੀ ਹੋਈ 1881 ਦੇ ਵਿੱਚ ਪਹਿਲਾਂ, ਅਤੇ ਫਿਰ ਦੂਜੀ ਸੰਧੀ ਹੋਈ 1887 ਦੇ ਵਿੱਚ। ਇੰਗਲੈਂਡ ਦੇ ਨਾਲ ਵੀ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ ਗਏ। ਇਟਲੀ ਨਾਲ ਸੰਧੀ ਹੋਈ 1882 ਦੇ ਵਿੱਚ। ਉਸ ਤੋਂ ਬਾਅਦ ਇੱਕ ਤ੍ਰੈ ਪੱਖੀ ਜਿਹੜਾ ਗੱਠਜੋੜ ਹੋਇਆ, ਟ੍ਰਿਪਲ ਅਲਾਇੰਸ ਬੋਲਦੇ ਹਾਂ ਜਿਸ ਨੂੰ। ਜਿਹੜਾ ਇਹ ਟ੍ਰਿਪਲ ਅਲਾਇੰਸ ਸੀ ਇਹ ਜਰਮਨੀ, ਆਸਟਰੀਆ ਹੰਗਰੀ ਅਤੇ ਰੂਸ ਇਸ ਦੇ ਵਿੱਚ ਪਹਿਲਾਂ ਹੋਇਆ ਸੀ। ਅਤੇ ਹੌਲੀ-ਹੌਲੀ ਕਿਉਂਕਿ ਆਪਾਂ ਨੂੰ ਇਟਲੀ ਮਿਲਦਾ ਤਾਂ ਇਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਜਿਹੜਾ ਪਹਿਲਾਂ ਹੋਇਆ ਸੀ ਟ੍ਰਿਪਲ ਅਲਾਇੰਸ ਹੋਈ ਸੀ ਉਹ ਰੂਸ, ਜਰਮਨੀ, ਆਸਟਰੀਆ ਹੰਗਰੀ ਦੇ ਵਿੱਚ ਹੋਈ ਸੀ। ਫਿਰ ਜਿਹੜਾ ਰੂਸ ਆ ਉਹ ਸਾਈਡ ਹੋ ਜਾਂਦਾ, ਬਾਹਰ ਨਿਕਲ ਜਾਂਦਾ ਇਸ ਸੰਧੀ ਤੋਂ, ਅਤੇ ਬਾਅਦ ਦੇ ਵਿੱਚ 1882 ਦੇ ਵਿੱਚ ਇਟਲੀ ਆ ਜਾਂਦੇ ਇਸ ਟ੍ਰਿਪਲ ਅਲਾਇੰਸ ਦੇ ਵਿੱਚ, ਤ੍ਰੈਪੱਖੀ ਗੱਠਜੋੜ ਦੇ ਵਿੱਚ, ਜਿਸ ਦੇ ਵਿੱਚ ਜਰਮਨੀ, ਆਸਟਰੀਆ ਹੰਗਰੀ ਅਤੇ ਇਟਲੀ ਤ੍ਰੈਪੱਖੀ ਜਿਹੜਾ ਗੱਠਜੋੜ ਸੀ ਉਸ ਦੇ ਵਿੱਚ ਸ਼ਾਮਲ ਸੀ। ਨੈਕਸਟ ਹੈ ਥਰਡ, ਜਰਮਨੀ ਫਰਾਂਸ ਦੀ ਜਿਹੜੀ ਸੀ ਦੁਸ਼ਮਣੀ ਜਿਹੜੀ ਦਿਨੋਂ ਦਿਨ ਵੱਧਦੀ ਗਈ। ਕਿਉਂ ਵਧੀ ਸੀ? ਉਸ ਦੇ ਦੋ ਇਲਾਕੇ ਸੀਗੇ। ਅਲਸੇਸ ਲਰੇਨ ਨਾਮ ਦਾ ਇੱਕ ਇਲਾਕਾ ਸੀਗਾ ਜਿਸ ਦੇ ਉੱਪਰ ਕਿਸ ਨੇ ਕਬਜ਼ਾ ਕਰ ਲਿਆ ਸੀ? ਜਰਮਨੀ ਨੇ ਕਬਜ਼ਾ ਕਰ ਲਿਆ ਸੀ, ਜਿਸ ਦੇ ਕਰਕੇ ਜਿਹੜਾ ਫਰਾਂਸ ਸੀ ਅਤੇ ਜਰਮਨੀ ਸੀ ਦੋਨਾਂ ਦੇ ਆਪਸ ਵਿੱਚ ਜਿਹੜੇ ਸੰਬੰਧ ਆ ਉਹ ਵਿਗੜਨੇ ਸ਼ੁਰੂ ਹੋ ਗਏ, ਜੋ ਕਿ ਬਹੁਤ ਵੱਡਾ ਕਾਰਨ ਬਣਿਆ ਪਹਿਲੇ ਵਿਸ਼ਵ ਯੁੱਧ ਦਾ। ਨੈਕਸਟ ਹੈ ਸਾਮਰਾਜਵਾਦੀ ਨੀਤੀ। ਜਿਹੜੀ ਸਾਮਰਾਜਵਾਦੀ ਨੀਤੀ ਸੀ ਇਹ ਕੀ ਸੀ? ਉਦਯੋਗਿਕ ਜਿਹੜੀ ਕ੍ਰਾਂਤੀ ਸੀ ਉਸ ਸਮੇਂ ਆ ਚੁੱਕੀ ਸੀ। ਤਾਂ ਜਿਹੜੀ ਉਦਯੋਗਿਕ ਕ੍ਰਾਂਤੀ ਸੀ ਇਹ ਕੀ ਚੀਜ਼ ਸੀ ਕਿ ਉਦਯੋਗਾਂ ਦਾ ਵੱਧ ਤੋਂ ਵੱਧ ਵਧਣਾ ਅਤੇ ਚੀਜ਼ਾਂ ਦਾ ਉਤਪਾਦ ਜਿਹੜਾ ਉਹ ਵਧਣਾ। ਤਾਂ ਬਾਜ਼ਾਰ ਬਣ ਗਏ। ਕੀ ਹੋਇਆ? ਕੱਚਾ ਮਾਲ ਸੀ। ਜਦੋਂ ਹੁਣ ਕੋਈ ਚੀਜ਼ ਆ ਉਹਨੂੰ ਉਤਪਾਦਨ ਕਰਨਾ ਉਸਦਾ, ਤਾਂ ਉਹਦੇ ਲਈ ਕੱਚੇ ਮਾਲ ਦੀ ਜ਼ਰੂਰਤ ਪੈਂਦੀ ਆ, ਅਤੇ ਉਤਪਾਦਿਤ ਚੀਜ਼ਾਂ ਹੋਣਗੀਆਂ, ਕੱਚਾ ਮਾਲ ਦੀ ਲੋੜ ਪਊ, ਫਿਰ ਉਹ ਤੋਂ ਚੀਜ਼ਾਂ ਉਤਪਾਦਨ ਹੋ, ਫਿਰ ਉਹ ਚੀਜ਼ਾਂ ਨੂੰ ਵੇਚਣ ਦੇ ਲਈ ਆਪਾਂ ਨੂੰ ਇੱਕ ਬਾਜ਼ਾਰ ਵੀ ਚਾਹੀਦਾ ਹੁੰਦਾ। ਤਾਂ ਇਹ ਕਰਨ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵਿੱਚ ਜਦੋਂ ਉਦਯੋਗਿਕ ਕ੍ਰਾਂਤੀ ਆਉਣੀ ਸ਼ੁਰੂ ਹੋਈ ਤਾਂ ਉਹਨਾਂ ਦੇ ਵਿੱਚ ਦੂਸਰੇ ਜਿਹੜੇ ਦੇਸ਼ ਆ ਉਹਨਾਂ ਨੂੰ ਅਧੀਨ ਕਰਨ ਦੀ ਜਿਹੜੀ ਹੋੜ ਆ ਉਹ ਸ਼ੁਰੂ ਹੋ ਗਈ। ਜਿਵੇਂ ਕਿ ਜਿਹੜਾ ਇੰਗਲੈਂਡ, ਫਰਾਂਸ, ਸਪੇਨ, ਰੂਸ ਅਤੇ ਪੁਰਤਗਾਲ ਆ, ਇਹਨਾਂ ਨੇ ਆਪਣੀਆਂ ਜਿਹੜੀਆਂ ਮੰਡੀਆਂ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਲਗਾਉਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਜਿਹੜਾ ਏਸ਼ੀਆ ਅਤੇ ਅਫਰੀਕਾ ਦੋ ਅਜਿਹੇ ਕੰਟੀਨੈਂਟ ਸੀਗੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਕਮਜ਼ੋਰ ਸੀਗੇ। ਅਤੇ ਇਹਨਾਂ ਨੇ ਕੀ ਕੀਤਾ? ਜਿਹੜੀ ਇੰਗਲੈਂਡ, ਫਰਾਂਸ, ਸਪੇਨ, ਰੂਸ ਅਤੇ ਪੁਰਤਗਾਲ ਸੀ, ਇਹਨਾਂ ਦੇ ਕੰਟਰੀਆਂ ਸੀਗੀਆਂ ਜਿਹੜੀਆਂ ਇਹਨਾਂ ਕੰਟੀਨੈਂਟਸ ਦੇ ਵਿੱਚ ਏਸ਼ੀਆ ਅਤੇ ਅਫਰੀਕਾ ਦੇ ਵਿੱਚ, ਉਹਨਾਂ ਨੂੰ ਅਧੀਨ ਕਰਨਾ ਸ਼ੁਰੂ ਕਰ ਦਿੱਤਾ। ਜਰਮਨੀ ਅਤੇ ਜਿਹੜਾ ਇਟਲੀ ਸੀ
ਇਹਨਾਂ ਨੇ ਕੀ ਕੀਤਾ, ਸ਼ਕਤੀ ਦਾ ਪ੍ਰਯੋਗ ਕਰਨਾ। ਇਹਨਾਂ ਨੇ ਇੱਕ ਨੀਤੀ ਅਪਣਾਈ, ਉਹ ਸੀ ਉਪਨਿਵੇਸ਼ ਖੋਹਣ ਦੀ ਨੀਤੀ। ਕਿਸ ਦੇ ਜ਼ੋਰ ਉੱਤੇ, ਸ਼ਕਤੀ ਦੇ ਜ਼ੋਰ ਉੱਤੇ। ਕਿਹੜੀਆਂ ਦੋ ਕੰਟਰੀਆਂ ਨੇ ਕੀਤਾ ਸੀ, ਜਰਮਨੀ ਅਤੇ ਇਟਲੀ ਨੇ। ਇਹਨਾਂ ਨੇ ਇਸ ਤਰ੍ਹਾਂ ਰਸਤਾ ਅਪਣਾਇਆ, ਇਸ ਤਰ੍ਹਾਂ ਮਤਲਬ ਨੀਤੀ ਬਣਾਈ ਕਿ ਸ਼ਕਤੀ ਦੇ ਬਲ ਦੇ ਨਾਲ ਜਿਹੜੇ ਉਪਨਿਵੇਸ਼ ਆ ਆਪਾਂ ਉਹ ਖੋਲਾਂਗੇ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਤਾਂ ਫਿਰ ਜਦੋਂ ਇਹਨਾਂ ਨੇ ਲਗਾਇਆ ਕਿ ਜਰਮਨੀ ਇਟਲੀ ਹੈ ਜਿਹੜਾ ਦੋਨਾਂ ਨੇ ਸ਼ਕਤੀ ਦਾ ਪ੍ਰਯੋਗ ਕੀਤਾ, ਉਪਨਿਵੇਸ਼ ਖੋਹਣ ਦੀ ਨੀਤੀ ਅਪਣਾਈ, ਤਾਂ ਜਿਹੜਾ ਤੁਰਕੀ ਦੇਸ਼ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਤਾਂ ਇਸ ਨੂੰ ਸਹਾਰਾ ਕਿਸ ਨੇ ਦਿੱਤਾ, ਜਰਮਨੀ ਨੇ। ਉਸ ਦੀ ਆਰਥਿਕ ਵਿਵਸਥਾ ਬਹੁਤ ਜ਼ਿਆਦਾ ਜਿਹੜੀ ਖਰਾਬ ਹੋ ਚੁੱਕੀ ਸੀ। ਤਾਂ ਜਰਮਨੀ ਨੇ ਰੇਲਵੇ ਲਾਈਨ ਵਿਛਾਈ ਸੀ ਬਰਲਿਨ ਤੋਂ ਬਗਦਾਦ ਤੱਕ, ਜੋ ਕਿ ਤੁਰਕੀ ਜਾਂਦੀ ਸੀ, ਅਤੇ ਜਿਸ ਦੇ ਨਾਲ ਕਿ ਇਹ ਆਪਣੇ ਜਿਹੜੇ ਆਰਥਿਕ ਸੰਬੰਧ ਨੇ ਕਾਇਮ ਕੀਤੇ ਜਰਮਨੀ ਨੇ, ਅਤੇ ਜਿਹੜੀ ਆਪਦਾ ਜਿਹੜਾ ਬਾਜ਼ਾਰ ਆ ਉੱਥੇ ਲਗਾਉਣਾ ਸ਼ੁਰੂ ਕਰ ਦਿੱਤਾ। ਕਿੱਥੇ, ਤੁਰਕੀ ਦੇ ਵਿੱਚ। ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਸੀ ਕਿ ਜਹਾਜ਼ ਸੀ ਇੱਕ ਇੰਪੇਰੇਟਰ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੀ, ਜੋ ਕਿ ਉਸ ਸਮੇਂ ਜਰਮਨੀ ਨੇ ਬਣਾਇਆ ਸੀ ਤਾਂ ਜੋ ਆਪਣਾ ਜਿਹੜਾ ਵਪਾਰ ਆ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰ ਸਕੇ। ਨੈਕਸਟ 5ਵਾਂ ਕਾਰਨ ਹੈ ਜੀ ਆਪਣੇ ਕੋਲ ਸੈਨਾਬਾਦ। ਉਸ ਸਮੇਂ ਅਸਤਰ ਸ਼ਸਤਰ ਦਾ ਜਿਹੜਾ ਨਿਰਮਾਣ ਆ ਬਹੁਤ ਜ਼ਿਆਦਾ ਹੋ ਚੁੱਕਾ ਸੀ। ਕਿਵੇਂ ਹੋਇਆ ਸੀ, ਖਰੀਦ ਵੀ ਸੀ ਅਤੇ ਉਹਦੀ ਵਿਕਰੀ ਵੀ ਬਹੁਤ ਜ਼ਿਆਦਾ ਹੁੰਦੀ ਸੀ, ਕਿਉਂਕਿ ਜਿਹੜੀ ਆਪਣੀ GDP ਹੁੰਦੀ ਹੈ, ਨੈਸ਼ਨਲ ਇਨਕਮ ਹੁੰਦੀ ਹੈ ਇੱਕ ਕੰਟਰੀ ਦੀ, ਤਾਂ ਉਹਦਾ 85% ਖਰਚ ਸੀਗਾ ਜਿਹੜੀਆਂ ਕੰਟਰੀਜ਼ ਸੀ ਵੱਖ-ਵੱਖ, ਉਹ ਕਾਹਦੇ 'ਤੇ, ਸੈਨਾ 'ਤੇ ਖਰਚ ਕਰ ਰਹੀਆਂ ਸੀ, ਹਥਿਆਰ ਬਣਾਉਣ 'ਤੇ ਖਰਚ ਕਰ ਰਹੀਆਂ ਸੀ। ਅਤੇ ਜਿਹੜਾ 15% ਹਿੱਸਾ ਸੀ ਆਪਣੀ ਜੋ ਰਾਸ਼ਟਰੀ ਆਮਦਨ ਹੁੰਦੀ ਸੀ ਉਹਨਾਂ ਦੀ, ਉਸ ਨੂੰ ਆਪਦੇ ਦੇਸ਼ ਤਰੱਕੀ ਦੇ ਬਾਕੀ ਆਪਾਂ ਕਹਿ ਲਈਏ ਕੰਮ ਆ ਉਹਨਾਂ ਦੇ ਉੱਪਰ ਲਗਾਉਂਦੇ ਸੀ। ਤਾਂ ਸੋਚ ਲਓ ਕਿ 85% ਜਦੋਂ ਉਹਨਾਂ ਨੇ ਸੈਨਾ ਅਤੇ ਜਿਹੜੇ ਸ਼ਸਤਰ ਆ ਉਹਨਾਂ ਨੂੰ ਹਥਿਆਰਾਂ ਨੂੰ ਇਕੱਠੇ ਕਰਨ 'ਤੇ ਲਗਾ ਦਿੱਤਾ, ਕਿੰਨੀ ਮਾਤਰਾ ਦੇ ਵਿੱਚ ਸੈਨਾ ਹੋਊਗੀ ਅਤੇ ਹਥਿਆਰ ਹੋਣਗੇ। ਅਤੇ ਜਿਸ ਕਰਕੇ ਜਿਹੜਾ ਇਹ ਯੁੱਧ ਸੀਗਾ ਜਿਹੜਾ ਆਪਾਂ ਕਰੀਏ ਹੋਣਾ ਅਨਿਵਾਰਿਆ ਸੀ। ਅਨਿਵਾਰੀ ਸੈਨਿਕ ਵਿਵਸਥਾ। ਅਨਿਵਾਰਿਆ ਸੈਨਿਕ ਵਿਵਸਥਾ ਕੀ ਹੁੰਦੀ ਹੈ, ਜਿਹਦੇ ਵਿੱਚ ਕਿ ਕੁਝ ਵੀ ਹੋ ਜੇ, ਜਿਹੜਾ ਦੇਸ਼ ਦਾ ਹਰ ਇੱਕ ਮੈਂਬਰ ਹੈਗਾ ਉਸ ਨੂੰ ਜਿਹੜੀ ਮਿਲਟਰੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤਾਂ ਹਰ ਇੱਕ ਜਿਹੜੀ ਮਤਲਬ ਉਸ ਸਮੇਂ ਇਹੋ ਜਿਹਾ ਮਾਹੌਲ ਸੀ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਉੱਥੋਂ ਦੇ ਨਾਗਰਿਕ ਸੀ ਸਾਰਿਆਂ ਨੂੰ ਹੀ ਜਿਹੜੀ ਮਿਲਟਰੀ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ, ਅਤੇ ਹਰੇਕ ਦੇ ਲਈ ਉਹਦੇ ਵਿੱਚ ਭਾਗ ਲੈਣਾ ਜ਼ਰੂਰੀ ਹੁੰਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਉਗਰ ਰਾਸ਼ਟਰਵਾਦ ਆ ਜਿਹੜਾ ਪੈਦਾ ਹੋ ਚੁੱਕਿਆ ਸੀ। ਅੰਤਰਰਾਸ਼ਟਰੀ ਸੰਸਥਾ ਦੀ ਕੋਈ ਹੋਂਦ ਹੀ ਨਹੀਂ ਸੀਗੀ, ਤਾਂ ਅਣਹੋਂਦ ਹੋਣ ਦੇ ਕਾਰਨ ਅੰਤਰਰਾਸ਼ਟਰੀ ਸੰਸਥਾ ਹੁੰਦੀ ਤਾਂ ਉਹ ਸ਼ਾਂਤੀ ਸੰਮੇਲਨ ਕੋਈ ਹੁੰਦਾ ਨਾ, ਤਾਂ ਉਹਨਾਂ ਨੂੰ ਕੋਈ ਰਾਏ ਸਲਾਹ ਜਿਹੜੀ ਦਿੰਦੀ, ਤਾਂ ਉਸ ਸਮੇਂ ਕੋਈ ਵੀ ਅਜਿਹੀ ਸੰਸਥਾ ਨਹੀਂ ਸੀ ਜੋ ਅੰਤਰਰਾਸ਼ਟਰੀ ਤੌਰ 'ਤੇ ਬਣਾਈ ਗਈ ਸੀਗੀ। ਅਤੇ ਪ੍ਰੈਸ ਸਮਾਚਾਰ ਪੱਤਰਾਂ ਨੇ ਵੀ ਇਹਦੇ ਵਿੱਚ ਯੋਗਦਾਨ ਪਾਇਆ। ਉਹਨਾਂ ਨੇ ਵੱਖ-ਵੱਖ ਭੜਕਾਊ ਭਾਸ਼ਣ ਲਿਖੇ, ਠੀਕ ਹੈ, ਜਰਮਨੀ ਦੇ ਜਿਹੜੇ ਸੀ ਉਹਨਾਂ ਨੂੰ ਲੋਕਾਂ ਨੂੰ ਭੜਕਾਇਆ। ਤਾਂ ਇਸ ਤਰ੍ਹਾਂ ਵੱਖ-ਵੱਖ ਸਾਹਿਤ ਨੇ ਵੀ ਵਿਸ਼ਵ ਯੁੱਧ ਦੇ ਕਾਰਨ ਦਾ ਇੱਕ ਕਾਰਨ ਬਣਿਆ। ਜਰਮਨੀ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੇ ਲਈ ਵੀ ਵੱਖ-ਵੱਖ ਦੇਸ਼ਾਂ ਨੇ, ਕਿਉਂਕਿ ਹਰ ਇੱਕ ਦੇਸ਼ ਨੂੰ ਜਿਹੜੀ ਧਮਕੀ ਦੇ ਰਿਹਾ ਸੀ ਜਾਂ ਆਪਾਂ ਕਹਿ ਦਈਏ ਯੁੱਧ ਦੀ ਘੋਸ਼ਣਾ ਕਰ ਰਿਹਾ ਸੀ ਵਿਰੋਧ 'ਚ, ਜੋ ਆਪਾਂ ਪਹਿਲੇ ਲੈਕਚਰ 'ਚ ਪੜ੍ਹ ਚੁੱਕੇ ਹਾਂ, ਤਾਂ ਪਲੀਜ਼ ਉਸ ਨੂੰ ਅਟੈਂਡ ਜ਼ਰੂਰ ਕਰ ਲੈਣਾ। ਤਾਂ ਉਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਵੀ ਵੱਖ-ਵੱਖ ਜਿਹੜੇ ਦੇਸ਼ ਸੀ ਇਸ 'ਤੇ ਵਿਰੁੱਧ ਹੋ ਗਏ। ਜਰਮਨੀ ਦੇ ਇਹਨਾਂ ਦਾ ਜਿਹੜਾ ਕਾਰਨ ਸੀ ਕੀ ਸੀਗਾ, ਇੱਕ ਸਲਾਵ ਜਾਤੀ ਸੀਗੀ ਜਰਮਨੀ ਦੇ ਵਿੱਚ, ਜਿਸ ਨੇ ਅੰਦੋਲਨ ਜਿਹੜਾ ਕੀਤਾ ਸੀਗਾ ਕਿ ਅਲੱਗ ਦੇਸ਼ ਦੀ ਮੰਗ ਕਰ ਰਹੀ ਸੀ ਆਸਟਰੀਆ ਹੰਗਰੀ ਦੇ ਵਿੱਚ, ਅਤੇ ਇਹਨੂੰ ਜਿਹੜੀ ਫੰਡਿੰਗ ਕਰੀ ਸੀਗੀ ਇਹ ਕਰਤੀ ਸੀਗੀ ਰੂਸ ਨੇ, ਜਿਹਦੇ ਕਰਕੇ ਜਿਹੜਾ ਆਪਾਂ ਕਹਿ ਦਈਏ ਅਖਲ ਸਲਾਵ ਅੰਦੋਲਨ ਵੀ ਹੋਇਆ, ਜਿਹਦੇ ਕਰਕੇ ਜਿਹੜਾ ਜਰਮਨੀ ਉਹ ਇਸ ਦੇ ਵਿਰੋਧ 'ਚ ਸੀ। ਆਸਟਰੀਆ ਜਿਹੜੀ ਹੰਗਰੀ ਸੀਗਾ ਇਹਨੇ ਕੀ ਕੀਤਾ, ਬੋਸਨੀਆ ਦੀ ਰਾਜਧਾਨੀ ਵਿੱਚ ਸੀਗਾ ਜੋ ਸਾਰਾਯੋਵੋ, ਫਰਾਂਸਿਸ ਫਰਡੀਨੈਂਡ ਦੀ ਹੱਤਿਆ ਕਰਵਾ ਦਿੱਤੀ ਸੀ। ਅਤੇ ਉਸ ਅੱਤਵਾਦੀ ਸੰਗਠਨ ਦਾ ਜਿਹੜਾ ਨਾਂ ਸੀ ਉਹ ਸੀ ਜੀ ਕਾਲਾ ਹੱਥ। ਸਰਬੀਆ ਦੇ ਪ੍ਰਿੰਸਿਪ ਦਾ ਇਹਦੇ ਵਿੱਚ ਹੱਥ ਮੰਨਿਆ ਜਾਂਦਾ ਸੀ, ਜਿਸ ਕਰਕੇ ਜਿਹੜਾ ਆਸਟਰੀਆ ਹੰਗਰੀ ਦਾ ਇਹ ਜੋ ਰਾਜਕੁਮਾਰ ਸੀਗਾ ਉਹ ਉਸ ਦੇ ਕਾਰਨ ਜਿਹੜੇ ਇਹ ਯੁੱਧ ਆ ਜਿਹੜਾ ਸ਼ੁਰੂ ਹੋਇਆ ਸੀ, ਜਦੋਂ ਉਸ ਦੀ ਹੱਤਿਆ ਹੁੰਦੀ ਹੈ। ਸਰਬੀਆ ਦੇ ਜਿਹੜਾ ਪ੍ਰਿੰਸਿਪ ਸੀਗਾ ਉਹਦੀ ਆਪਾਂ ਕਹਿ ਲਈਏ ਹੱਥ ਮੰਨਿਆ ਜਾਂਦਾ ਸੀਗਾ, ਜਿਹਦੇ ਕਰਕੇ ਜਿਹੜਾ ਫਰਾਂਸ ਨੇ ਸੀ ਇਹਨਾਂ ਸਰਬੀਆ ਦਾ ਸਾਥ ਦਿੱਤਾ ਸੀ, ਅਤੇ ਆਸਟਰੀਆ ਹੰਗਰੀ ਦਾ ਜਿਹੜਾ ਜਰਮਨੀ ਨੇ ਸਾਥ ਦਿੱਤਾ ਸੀ। ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ, ਤੁਸੀਂ ਪਹਿਲੀ ਵੀਡੀਓ ਦੇ ਵਿੱਚ ਜ਼ਰੂਰ ਦੇਖ ਲੈਣਾ। ਅਤੇ ਯੁੱਧ ਆ ਜਿਹੜਾ ਇਹ 28 ਜੁਲਾਈ 1914 ਤੋਂ 11 ਨਵੰਬਰ 1918 ਤੱਕ ਚੱਲਿਆ। ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਅਤੇ ਯੁੱਧ ਕਿਸ ਤਰ੍ਹਾਂ ਹੋਇਆ ਸੀ, ਇਸ 'ਤੇ ਕੀ ਪ੍ਰਭਾਵ ਪਏ ਸੀ, ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ। ਧੰਨਵਾਦ।